Class 7th, Chapter 6.1 A Secret for Two. Percy was a milkman. Percy ਜਿਹੜਾ ਸੀਗਾ ਉਹ ਇੱਕ ਮਿਲਕਮੈਨ ਸੀਗਾ. He worked for a milk company in the Montreal city of Canada. ਉਹ ਮਿਲਕ ਕੰਪਨੀ ਦੇ ਵਿੱਚ ਕੰਮ ਕਰਦਾ ਸੀਗਾ. ਮੌਂਟਰੀਅਲ ਸਿਟੀ ਸੀ ਜੋ ਕੈਨੇਡਾ ਦੇ ਵਿੱਚ ਸੀ. He was one of the many wagon drivers that worked for the company. ਉਸ ਕੰਪਨੀ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਵੈਗਨ ਡਰਾਈਵਰ ਸੀਗੇ ਉਹ ਵਰਕ ਕਰਦੇ ਸੀਗੇ. ਵੈਗਨ ਜਿਸ ਤਰ੍ਹਾਂ ਪਿਕਚਰ ਦੇ ਵਿੱਚ ਦੱਸਿਆ ਹੋਇਆ ਨਾ, ਇੱਕ ਰੱਥ ਵਗੈਰਾ ਜਿਹਨੂੰ ਅਸੀਂ ਕਹਿ ਸਕਦੇ ਹਾਂ. For 30 years, Percy had delivered milk to the families living on Edward Street in Montreal. ਕਹਿੰਦੇ 30 ਸਾਲ ਤੋਂ ਪੈਰਸੀ ਜਿਹੜਾ ਸੀਗਾ ਨਾ ਉਹ ਦੁੱਧ ਡਿਲੀਵਰ ਕਰਦਾ ਸੀਗਾ ਉਹਨਾਂ ਫੈਮਲੀਜ਼ ਨੂੰ ਜਿਹੜੀਆਂ ਐਡਵਰਡ ਸਟਰੀਟ ਮੌਂਟਰੀਅਲ ਦੇ ਵਿੱਚ ਰਹਿੰਦੀਆਂ ਸੀਗੀਆਂ. The horse which drew Percy milk wagon was a large white horse. ਪੈਰਸੀ ਦੇ ਕੋਲ ਇੱਕ ਹਾਰਸ ਸੀਗਾ ਜਿਹੜਾ ਲਾਰਜ ਵਾਈਟ ਸੀਗਾ. It was named Joseph. ਉਹਦਾ ਨਾਮ ਸੀਗਾ ਜੋਸਪ. ਐਂਡ ਹੈਡ ਬੀਨ ਵਿਦ ਪੈਰਸੀ ਫॉर ਦ ਪਾਸਟ 15 years. ਪਿਛਲੇ 15 ਸਾਲ ਤੋਂ ਪੈਰਸੀ ਦੇ ਨਾਲ ਜਿਹੜਾ ਕੰਮ ਕਰਦਾ ਸੀਗਾ. ਵੈਨ ਦ ਬਿਗ ਵਾਈਟ ਹਾਰਸ ਫਸਟ ਕੇਮ ਟੂ ਦ ਕੰਪਨੀ ਹੀ ਡਿਡੰਟ ਹੈਵ ਅ ਨੇਮ. ਕਹਿੰਦੇ ਜਦੋਂ ਫਸਟ ਟਾਈਮ ਜਿਹੜਾ ਇਹ ਘੋੜਾ ਸੀ ਕੰਪਨੀ ਦੇ ਕੋਲ ਆਇਆ ਸੀਗਾ ਅਤੇ ਇਹਦਾ ਕੋਈ ਵੀ ਨਾਮ ਨਹੀਂ ਸੀਗਾ. They told Percy that he would use the white horse for his wagon. ਕੰਪਨੀ ਨੇ ਕਹਿੰਦੇ ਉਸ ਟਾਈਮ 'ਤੇ ਪੈਰਸੀ ਨੂੰ ਉਹ ਘੋੜਾ ਦਿੱਤਾ ਸੀਗਾ ਅਤੇ ਕਿਹਾ ਸੀਗਾ ਤੁਸੀਂ ਇਹਨੂੰ ਵੈਗਨ ਲਈ ਯੂਜ਼ ਕਰਨਾ ਆ. ਪੈਰਸੀ ਸਟ੍ਰੋਕਡ ਦ ਹੋਰਸ ਨੈਕ ਐਂਡ ਲੁਕਡ ਇਨਟੂ ਦ ਆਈਜ਼. ਕਹਿੰਦੇ ਪੈਰਸੀ ਜਿਹੜਾ ਆ ਉਹਦੀ ਨੈਕ 'ਤੇ ਹੱਥ ਵਗੈਰਾ ਲਗਾਉਂਦਾ ਫੇਰਦਾ ਆ ਅਤੇ ਬੜੇ ਪਿਆਰ ਦੇ ਨਾਲ ਉਹਦੀਆਂ ਅੱਖਾਂ ਵੱਲ ਦੇਖਦਾ ਅਤੇ ਉਹ ਕਹਿੰਦਾ ਦਿਸ ਇਜ਼ ਅ ਨਾਈਸ ਹਾਰਸ. ਹੀ ਸੈਡ ਆਈ ਵਿਲ ਨੇਮ ਹਿਮ ਜੋਸਪ. ਅਤੇ ਕਹਿੰਦਾ ਮੇਰਾ ਜਿਹੜਾ ਨਾਮ ਆ ਉਹ ਜੋਸਪ ਰੱਖਾਂਗਾ. ਵਿਦਿਨ ਅ ਈਅਰਸ ਜੋਸਪ ਨਿਊ ਦ ਮਿਲਕ ਰੂਟ ਐਜ਼ ਵੈਲ ਐਜ਼ ਪਰਸੀ ਡਿਡ. ਕਹਿੰਦੇ 1 ਸਾਲ ਦੇ ਵਿੱਚ ਹੀ ਜਿਹੜਾ ਜੋਸਪ ਸੀਗਾ ਨਾ ਉਹ ਪੂਰੀ ਤਰ੍ਹਾਂ ਟ੍ਰੇਨਡ ਹੋ ਚੁੱਕਿਆ ਸੀਗਾ. ਉਹਨੂੰ ਪਤਾ ਲੱਗ ਗਿਆ ਸੀਗਾ ਕਿ ਮੇਰਾ ਰੂਟ ਕਿਹੜਾ ਆ. ਪੈਰਸੀ ਯੂਜ਼ ਟੂ ਸੇ ਡੈਟ ਹੀ ਡਿਡ ਨਾਟ ਨੀਡ ਰੇਨਸ ਟੂ ਗਾਈਡ ਦ ਹਾਰਸ. ਕਹਿੰਦੇ ਪੈਰਸੀ ਇਹ ਕਹਿੰਦਾ ਸੀਗਾ ਕਿ ਮੈਨੂੰ ਇਹਨੂੰ ਗਾਈਡੈਂਸ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ. ਆਈ ਨੈਵਰ ਟੱਚ ਦੈਮ. ਅਤੇ ਨਾ ਹੀ ਮੈਨੂੰ ਕਦੇ ਟੱਚ ਕੀਤਾ ਆ. ਹੀ ਵੁੱਡ ਸੇ ਪ੍ਰਾਊਡਲੀ ਈਚ ਮਾਰਨਿੰਗ ਹੀ ਅਰਾਈਵਡ ਐਟ ਦ ਕੰਪਨੀ ਐਟ 5 o'clock. ਕਹਿੰਦੇ ਉਹ ਬੜੇ ਪ੍ਰਾਊਡਲੀ ਇਹ ਸ਼ਬਦ ਕਹਿੰਦਾ ਅਤੇ ਉਹ ਕਹਿੰਦਾ ਵੀ ਹਰ ਮਾਰਨਿੰਗ ਜਿਹੜਾ ਆ ਉਹ 5 ਵਜੇ ਉੱਥੇ ਪਹੁੰਚ ਜਾਂਦਾ ਆ. ਦ ਵੈਗਨ ਵੁੱਡ ਬੀ ਲੋਡਡ ਵਿਦ ਬੋਟਲ ਆਫ ਮਿਲਕ ਐਂਡ ਜੋਸਪ ਹਿਚਡ ਟੂ ਇਟ. ਕਹਿੰਦੇ ਜਦੋਂ ਵੈਗਨ ਜਿਹੜੀ ਸੀਗੀ ਉਹ ਪੂਰੀ ਤਰ੍ਹਾਂ ਬੋਟਲ ਆਫ ਮਿਲਕ ਦੇ ਨਾਲ ਲੋਡ ਹੋ ਜਾਂਦੀ ਸੀਗੀ ਅਤੇ ਜੋਸਪ ਪਰਸੀ ਉਹਨੂੰ ਹਿਚ ਕਰਦਾ ਅਤੇ ਉਹ ਚੱਲ ਪੈਂਦਾ. ਗੋ ਔਨ ਮਾਈ ਫਰੈਂਡ ਪੈਰਸੀ ਵੁੱਡ ਸੇ ਸੌਫਟਲੀ ਟੂ ਜੋਸਪ. ਕਹਿੰਦਾ ਗੋ ਔਨ ਮਾਈ ਫਰੈਂਡ ਚੱਲੋ ਮੇਰੇ ਦੋਸਤ. ਪਰਸੀ ਬੜੇ ਸੌਫਟਲੀ ਦੇ ਨਾਲ ਜਿਹੜਾ ਜੋਸਪ ਨੂੰ ਇਹ ਸ਼ਬਦ ਕਹਿੰਦਾ. ਦੈਨ ਦ ਟੂ ਵੁੱਡ ਮੂਵ ਪ੍ਰਾਊਡਲੀ ਟੂਵਰਡ ਐਡਵਰਡ ਸਟਰੀਟ. ਅਤੇ ਕਹਿੰਦੇ ਜਦੋਂ ਇਹ ਵਰਡ ਉਹਨੂੰ ਕਹਿੰਦਾ ਅਤੇ ਬੜੇ ਮਾਣ ਦੇ ਨਾਲ ਜਿਹੜਾ ਸੀਗਾ ਉਹ ਐਡਵਰਡ ਸਟਰੀਟ ਵੱਲ ਨੂੰ ਤੁਰ ਪੈਂਦਾ. ਦ ਹਾਰਸ ਵੁੱਡ ਗੋ ਟਰੂਟਿੰਗ ਲਾਈਟਲੀ ਐਂਡ ਪਰਸੀ ਵੁੱਡ ਕਾਲ ਹਿਮ ਵਿਦ ਲਵਿੰਗ ਨੇਮਸ. ਕਹਿੰਦੇ ਪੈਰਸੀ ਉਹਨੂੰ ਵੱਖਰੇ ਵੱਖਰੇ ਪਿਆਰੇ ਪਿਆਰੇ ਨਾਵਾਂ ਦੇ ਨਾਲ ਬੁਲਾਉਂਦਾ ਅਤੇ ਉਹ ਬੜਾ ਹੀ ਖੁਸ਼ ਹੁੰਦਾ. ਦ ਮਿਲਕ ਵੈਗਨ ਵਾਈਟ ਐਨੀ ਡਾਇਰੈਕਸ਼ਨ ਫਰਮ ਪਰਸੀ. ਕਹਿੰਦੇ ਜਿਹੜੀ ਮਿਲਕ ਵੈਗਨ ਸੀਗੀ ਨਾ ਵਿਦਆਊਟ ਐਨੀ ਡਾਇਰੈਕਸ਼ਨ ਫਰਮ ਪਰਸੀ ਤੇ ਦੱਸੇ ਬਿਨਾਂ ਕਿਸੇ ਵੀ ਡਾਇਰੈਕਸ਼ਨ ਨੂੰ ਵੁੱਡ ਅਰਾਈਵ ਐਟ ਐਡਵਰਡ ਸਟਰੀਟ. ਤੇ ਕਹਿੰਦੇ ਉਹ ਐਡਵਰਡ ਸਟਰੀਟ ਵੱਲ ਨੂੰ ਤੁਰ ਪੈਂਦਾ. ਦ ਹਾਰਸ ਵੁੱਡ ਸਟਾਪ ਐਟ ਦ ਫਸਟ ਹਾਊਸ. ਅਤੇ ਕਹਿੰਦੇ ਹਾਰਸ ਜਿਹੜਾ ਸੀਗਾ ਨਾ ਉਹ ਫਸਟ ਹਾਊਸ 'ਤੇ ਸਟਾਪ ਕਰਤਾ. ਹੀ ਵੁੱਡ ਅਲਾਓ ਪਰਸੀ ਅਬਾਊਟ ਅ ਮਿਨਟਸ ਟੂ ਗੈਟ ਡਾਊਨ ਫਰੋਮ ਹਿਸ ਸ਼ੀਟ ਐਂਡ ਹੈਂਡ ਓਵਰ ਅ ਬੋਟਲ ਆਫ ਮਿਲਕ ਐਟ ਦਾ ਫਰੰਟ ਡੋਰ. ਕਹਿੰਦੇ ਉਹਨੂੰ 1 ਮਿੰਟ ਦਿੰਦਾ ਪੈਰਸੀ ਨੂੰ ਕਿ ਤੁਸੀਂ ਜਿਹੜਾ ਵਾ ਉਹ ਬੋਟਲ ਆਫ ਮਿਲਕ ਜਿਹੜੀ ਆ ਉਹ ਘਰ ਵਿੱਚ ਪਹੁੰਚਾਉਣੀ ਆ. ਅਗੇਨ ਦਾ ਹਾਰਸ ਵੁੱਡ ਗੋ ਔਨ. ਅਤੇ ਕਹਿੰਦੇ ਦੁਬਾਰਾ ਫਿਰ ਉਹ ਚੱਲ ਪੈਂਦਾ. ਹੀ ਵੁੱਡ ਸਕਿਪ 2 ਹਾਊਸ ਐਂਡ ਸਟਾਪ ਐਟ ਦਾ ਥਰਡ. ਕਹਿੰਦੇ 2 ਘਰ ਛੱਡ ਕੇ ਤੀਜੇ ਘਰ ਜਿਹੜਾ ਉਹ ਫਿਰ ਰੁਕਦਾ. ਥਸ ਦਾ 2 ਵੁੱਡ ਗੋ ਡਾਊਨ ਐਂਡ ਲੈਂਥ ਆਫ ਦਾ ਸਟਰੀਟ. ਇਸੇ ਤਰ੍ਹਾਂ ਹੀ ਉਹ ਚੱਲਦਾ ਜਾਂਦਾ. ਐਟ ਦ ਐਂਡ ਆਫ ਦ ਸਟਰੀਟ ਜੋਸਪ ਵੁੱਡ ਟਰਨ ਅਰਾਊਂਡ ਐਂਡ ਕਮ ਬੈਕ ਅਲੋਂਗ ਦ ਅਦਰ ਸਾਈਡ. ਕਹਿੰਦੇ ਜਦੋਂ ਜਿਹੜੀ ਸਟਰੀਟ ਸੀ ਉਹ ਖਤਮ ਹੋ ਜਾਂਦੀ ਸੀਗੀ ਅਤੇ ਜੋਸਪ ਟਰਨ ਅਰਾਊਂਡ ਕਰਦਾ ਅਤੇ ਵਾਪਸ ਆਉਂਦਾ. ਹੀ ਵਾਜ਼ ਰੀਅਲੀ ਅ ਵੈਰੀ ਸਮਾਰਟ ਹਾਰਸ. ਕਹਿੰਦੇ ਉਹ ਬਹੁਤ ਹੀ ਸਮਾਰਟ ਹਾਰਸ ਸੀਗਾ. ਐਟ ਦ ਕੰਪਨੀ ਪਰਸੀ ਵੁੱਡ ਬੂਸਟ ਆਫ ਜੋਸਪ ਸਕਿੱਲ. I never touch the reins, he would say. Joseph know just where to stop. Even a blind man could do my job. With Joseph pulling the wagon. ਕਹਿੰਦੇ ਉਸ ਕੰਪਨੀ ਦੇ ਵਿੱਚ ਜਿਹੜਾ ਪੈਰਸੀ ਸੀ ਨਾ ਉਹ ਹਮੇਸ਼ਾ ਹੀ ਜੋਸਪ ਦੀਆਂ ਜਿਹੜੀਆਂ ਸਕਿੱਲਸ ਸੀਗੀਆਂ ਨਾ ਉਹਨੂੰ ਵਧਾਉਂਦਾ ਅਤੇ ਬੋਲਦਾ ਕਿ ਇੱਕ ਜਿਹੜਾ ਬਲਾਈਂਡ ਮੈਨ ਆ ਨਾ ਉਹ ਵੀ ਇਹਦੇ 'ਤੇ ਕੰਮ ਕਰ ਸਕਦਾ ਆ ਕਿਉਂਕਿ ਮੈਨੂੰ ਇਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ. So it went on for years. Percy and Joseph grew old together but gradually not suddenly. ਕਹਿੰਦੇ ਜਿਸ ਤਰ੍ਹਾਂ ਹੀ ਸਾਲ ਬੀਤਦੇ ਗਏ ਪਰਸੀ ਤੇ ਜੋਸਪ ਜੋ ਨੇ ਬੁੱਢੇ ਹੁੰਦੇ ਗਏ ਬਟ ਗ੍ਰੈਜੂਅਲੀ ਹੌਲੀ ਹੌਲੀ ਨਾ ਕਿ ਅਚਾਨਕ. ਪੈਰਸੀ ਹਿਊਗ ਮੁਸਟੈਚਸ ਆਰ ਪਿਓਰ ਵਾਈਟ ਨਾਓ. ਕਹਿੰਦੇ ਮੁਸਟੈਚਸ ਹੁੰਦੀਆਂ ਮੁੱਛਾਂ. ਕਹਿੰਦੇ ਪੈਰਸੀ ਦੀਆਂ ਜਿਹੜੀਆਂ ਮੁਸਟੈਚਸ ਸੀਗੀਆਂ ਨਾ ਹੁਣ ਉਹ ਪੂਰੀਆਂ ਵਾਈਟ ਹੋ ਚੁੱਕੀਆਂ ਸੀਗੀਆਂ. ਐਂਡ ਜੋਸਪ ਟੂ ਡਿਡੰਟ
lift his knees so high he went on so high when he went on his round every morning। ਕਹਿੰਦੇ ਹੁਣ ਜੋਸਫ ਵੀ ਜਿਹੜਾ ਸੀ ਉਹ ਬੁੱਢਾ ਹੋ ਚੁੱਕਿਆ ਸੀ, ਨਾ ਤੇ ਉਹਦੇ ਕੋਲ ਇੰਨਾ ਜ਼ਿਆਦਾ ਨੀਚੇ ਹੋਇਆ ਜਾਂਦਾ ਸੀ, ਨਾ ਉੱਪਰ ਹੋਇਆ ਜਾਂਦਾ ਸੀਗਾ। ਜੈਕ ਦਾ ਫੋਰਮੈਨ ਆਫ ਦਾ ਕੰਪਨੀ ਨੈਵਰ ਨੋਟਿਸ ਦਿਸ ਚੇਂਜ। ਕਹਿੰਦੇ ਉਸ ਕੰਪਨੀ ਦਾ ਜਿਹੜਾ ਫੋਰਮੈਨ ਸੀ ਨਾ, ਉਹਨੇ ਇਹ ਚੀਜ਼ ਕਦੇ ਨੋਟਿਸ ਨਹੀਂ ਸੀ ਕੀਤੀ। ਹੀ ਨੈਵਰ ਨੋਟਿਸਡ ਡੈਟ ਬੋਥ ਪੈਰਸੀ ਐਂਡ ਜੋਸਫ ਵਰ ਗੈਟਿੰਗ ਓਲਡ। ਕਹਿੰਦੇ ਉਹਨੇ ਇਹ ਚੀਜ਼ ਨੋਟਿਸ ਨਹੀਂ ਸੀ ਕੀਤੀ ਕਿ ਪੈਰਸੀ ਅਤੇ ਜੋਸਫ ਜਿਹੜੇ ਦੋਨੇ ਇਕੱਠੇ ਬੁੱਢੇ ਹੋ ਗਏ ਆ। ਬਟ ਵਨ ਡੇ ਹੀ ਵਾਜ਼ ਸਰਪ੍ਰਾਈਜ਼ ਟੂ ਸੀ ਪੈਰਸੀ ਵਿਦ ਅ ਬਿਗ ਵਾਕਿੰਗ ਸਟਿਕ। ਕਹਿੰਦੇ ਬਟ ਇੱਕ ਦਿਨ ਉਹ ਹੈਰਾਨ ਹੋ ਗਿਆ ਜਦੋਂ ਉਹਨੇ ਦੇਖਿਆ ਕਿ ਜਿਹੜਾ ਪੈਰਸੀ ਸੀ ਨਾ, ਉਹ ਇੱਕ ਉਹਨੇ ਹੱਥ ਵਿੱਚ ਸਟਿਕ ਲਈ ਸੀ ਅਤੇ ਤੁਰ ਰਿਹਾ ਸੀਗਾ। ਹੇ ਪੈਰਸੀ ਸੈਡ ਦ ਫਾਰਮੈਨ, ਵਟ ਡੂ ਆਈ ਸੀ ਦੇਅਰ? ਮੇ ਬੀ ਯੂ ਹੈਵ ਗੋਟ ਗਾਊਟ। ਗਾਊਟ ਹੁੰਦਾ ਬੇਟਾ ਜਿਸ ਤਰ੍ਹਾਂ ਕਿ ਗੋਡੇ ਵਗੈਰਾ 'ਚ ਜਿਹੜੀ ਦਰਦ ਹੋਣੀ। ਉਹ ਕਹਿੰਦਾ ਹੇ ਪੈਰਸੀ, ਫਾਰਮੈਨ ਉਹਨੂੰ ਕਹਿ ਰਿਹਾ ਕਿ ਮੈਨੂੰ ਲੱਗਦਾ ਤੇਰੇ ਅੱਜ ਦਰਦ ਵਗੈਰਾ ਹੋ ਰਹੀ ਆ। ਆਈ ਡਿਡਨਟ ਨੋ ਵਟ ਇਟ ਇਜ਼ ਸੈਡ ਪੈਰਸੀ, ਬਟ ਐਜ਼ ਵਨ ਗਰੋ ਓਲਡ ਲੈਗਸ ਗੈਟ ਟਾਇਰਡ ਵੈਰੀ ਸੂਨ। ਉਹ ਕਹਿੰਦਾ ਨਹੀਂ, ਜਦੋਂ ਕਿ ਕੋਈ ਬੁੱਢਾ ਹੋ ਜਾਂਦਾ ਆ ਅਤੇ ਉਹਦੇ ਜਿਹੜੀਆਂ ਦਰਦਾਂ ਵਾ ਉਹ ਸਟਾਰਟ ਹੋ ਜਾਂਦੀਆਂ। ਯੂ ਸ਼ੁੱਡ ਟੀਚ ਦਾ ਹੋਰਸ ਟੂ ਹੈਂਡ ਓਵਰ ਦਾ ਮਿਲਕ ਬੋਟਲਸ ਟੂ ਯੂਅਰ ਕਸਟਮਰਸ। ਕਹਿੰਦਾ ਤੇਰਾ ਹੋਰਸ ਇੰਨਾ ਜ਼ਿਆਦਾ ਸਿਆਣਾ ਤਾਂ ਹੈ ਕਿ ਖੁਦ ਦੀ ਜਿਹੜੀਆਂ ਬੋਟਲਸ ਆ ਉਹ ਆਪ ਤੇਰੇ ਕਸਟਮਰਸ ਤੱਕ ਪਹੁੰਚਾ ਸਕਦਾ ਹੈ। ਜੈਕ ਸੈਡ ਵਿਦ ਦਾ ਸਮਾਈਲ। ਉਹਨੇ ਸਮਾਈਲ ਕਰਦੇ ਹੋਏ ਨੇ ਇਹ ਗੱਲ ਜਿਹੜੀ ਉਹਨੂੰ ਕਹੀ। ਹੀ ਡਜ਼ ਐਵਰੀਥਿੰਗ ਐਲਸ ਫॉर ਯੂ। ਕਹਿੰਦਾ ਉਹ ਕੁਝ ਵੀ ਕਰ ਸਕਦਾ ਆ। ਵਨ ਮਾਰਨਿੰਗ ਦ ਮੈਨੇਜਰ ਆਫ ਦ ਮਿਲਕ ਕੰਪਨੀ ਕੇਮ ਟੂ ਦਾ ਇਨਸਪੈਕਟ ਦ ਮਾਰਨਿੰਗ ਡਿਲੀਵਰੀਜ਼। ਕਹਿੰਦੇ ਇੱਕ ਜਿਹੜੀ ਸਵੇਰ ਹੈ ਉਹਨੂੰ ਉਹਦਾ ਕੰਪਨੀ ਦਾ ਜਿਹੜਾ ਮੈਨੇਜਰ ਸੀਗਾ ਨਾ, ਉਹ ਆਉਂਦਾ ਆ ਇਨਸਪੈਕਸ਼ਨ ਵਾਸਤੇ। ਪੁਆਇੰਟਿੰਗ ਟੂਵਾਰਡ ਪੈਰਸੀ, ਜੈਕ ਸੈਡ ਸਰ ਲੁੱਕ ਡੀਅਰ, ਸੀ ਹਾਊ ਪੈਰਸੀ ਇਜ਼ ਟਾਕਿੰਗ ਟੂ ਡੈਟ ਹਾਰਸ ਹੋਮ ਹੀ ਕਾਲਸ ਜੋਸਫ। ਉਹ ਕਹਿ ਰਿਹਾ ਕਿ ਸਰ ਦੇਖੋ ਕਿਸ ਤਰ੍ਹਾਂ ਜੋਸਫ ਜਿਹੜਾ ਪੈਰਸੀ ਦੀਆਂ ਗੱਲਾਂ ਨੂੰ ਸੁਣ ਰਿਹਾ ਹੈ। ਦੋਨੇ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ। ਸੀ ਹਾਊ ਦਾ ਹਾਰਸ ਇਜ਼ ਲਿਸਨਿੰਗ ਇੰਟੈਂਟਲੀ। ਉਹ ਕਹਿੰਦਾ ਦੇਖੋ ਕਿਸ ਤਰ੍ਹਾਂ ਜਿਹੜਾ ਹਾਰਸ ਆ ਉਹਦੀ ਗੱਲਾਂ ਨੂੰ ਸੁਣ ਰਿਹਾ ਆ। ਲੁੱਕ ਹਾਊ ਹੀ ਹੈਜ਼ ਟਰਨਡ ਹਿਜ਼ ਹੈਡ ਟੂਵਰਡ ਪੈਰਸੀ। ਕਿਸ ਤਰ੍ਹਾਂ ਉਹ ਦੋਨੇ ਜਿਹੜਾ ਵਾ ਇੱਕ ਦੂਜੇ ਦੀਆਂ ਗੱਲਾਂ ਦਾ ਹੁੰਗਾਰਾ ਭਰ ਰਹੇ ਆ। ਸੀ ਦ ਲੁੱਕ ਇਨ ਦਾ ਹਾਰਸ ਆਈਜ਼, ਆਈ ਥਿੰਕ ਦ ਟੂ ਹੈਵ ਅ ਸੀਕਰੇਟ। ਉਹ ਕਹਿੰਦਾ ਮੈਨੂੰ ਲੱਗਦਾ ਹੈ ਕਿ ਇਹਨਾਂ ਦੋਨਾਂ ਦਾ ਕੋਈ ਸੀਕਰੇਟ ਹੈਗਾ ਆ। ਸਮਟਾਈਮ ਦੇ ਸੇਮ ਟੂ ਚੱਕਲ ਐਟ ਅਸ ਵੈਨ ਦੇ ਗੋ ਆਫ ਔਨ ਦੇਅਰ ਰੂਟ ਇਨ ਦਾ ਮਾਰਨਿੰਗ। ਕਹਿੰਦਾ ਮੈਨੂੰ ਕਈ ਟਾਈਮ ਇਸ ਤਰ੍ਹਾਂ ਲੱਗਦਾ ਕਿ ਦੋਨੇ ਸਾਡੇ 'ਤੇ ਹੱਸਦੇ ਆ ਜਦੋਂ ਇਹ ਦੋਨੇ ਰੂਟ 'ਤੇ ਜਾਂਦੇ ਆ ਮਾਰਨਿੰਗ 'ਚ। ਪੈਰਸੀ ਇਜ਼ ਅ ਗੁੱਡ ਮੈਨ ਬਟ ਹੀ ਇਜ਼ ਗੈਟਿੰਗ ਓਲਡ। ਕਹਿੰਦਾ ਪਰਸੀ ਇੱਕ ਬਹੁਤ ਵਧੀਆ ਇਨਸਾਨ ਸੀਗਾ, ਬਟ ਹੁਣ ਉਹ ਓਲਡ ਹੋ ਚੁੱਕਿਆ ਆ, ਬੁੱਢਾ ਹੋ ਚੁੱਕਿਆ ਆ। ਡੋਂਟ ਯੂ ਥਿੰਕ ਹੀ ਸ਼ੁੱਡ ਬੀ ਰਿਟਾਇਰਡ ਐਂਡ ਗਿਵਨ ਅ ਸਮਾਲ ਪੈਨਸ਼ਨ। ਕਹਿੰਦਾ ਕੀ ਤੁਹਾਨੂੰ ਲੱਗਦਾ ਹੈ ਕਿ ਇਹਨੂੰ ਹੁਣ ਸਾਨੂੰ ਰਿਟਾਇਰ ਕਰ ਦੇਣਾ ਚਾਹੀਦਾ ਇੱਕ ਛੋਟੀ ਜਿਹੀ ਪੈਨਸ਼ਨ ਦੇ ਨਾਲ? ਯੂ ਆਰ ਰਾਈਟ ਸੈਡ ਦਾ ਮੈਨੇਜਰ। ਮੈਨੇਜਰ ਕਹਿ ਰਿਹਾ ਕਿ ਤੁਸੀਂ ਬਿਲਕੁਲ ਸਹੀ ਕਿਹਾ। ਪਰਸੀ ਹੈਜ਼ ਬੀਨ ਔਨ ਦਿਸ ਰੂਟ ਨਾਓ ਫॉर 30 ਈਅਰਸ। ਕਹਿੰਦਾ ਪਰਸੀ ਇਸੇ ਰੂਟ 'ਤੇ 30 ਸਾਲ ਤੋਂ ਕੰਮ ਕਰ ਰਿਹਾ ਆ। ਨੋਟ ਐਵਨ ਵਨਸ ਹੈਜ਼ ਦੇਅਰ ਬੀਨ ਅ ਕੰਪਲੇਂਟ ਅਗੇਂਸਟ ਹਿਮ। ਕਹਿੰਦਾ ਇਹਦੇ ਖਿਲਾਫ ਅੱਜ ਤੱਕ ਕੋਈ ਵੀ ਕੰਪਲੇਨ ਨਹੀਂ ਆਈ। ਟੈਲ ਹਿਮ ਇਟ ਇਜ਼ ਦਾ ਟਾਈਮ ਹੀ ਸ਼ੁੱਡ ਰਿਟਾਇਰ ਐਂਡ ਹੈਵ ਰੈਸਟ। ਕਹਿੰਦਾ ਤੁਸੀਂ ਇਹਨੂੰ ਕਹੋ ਕਿ ਹੁਣ ਤੁਹਾਡਾ ਟਾਈਮ ਆ, ਤੁਹਾਨੂੰ ਰੈਸਟ ਕਰਨੀ ਚਾਹੀਦੀ ਆ। ਹਿਜ਼ ਸੈਲਰੀ ਵਿਲ ਗੋ ਔਨ ਜਸਟ ਦ ਸੇਮ। ਕਹਿੰਦਾ ਇਹਦੀ ਸੈਲਰੀ ਜਿਹੜੀ ਆ ਉਹ ਇਸੇ ਤਰ੍ਹਾਂ ਇਹਨੂੰ ਮਿਲੇਗੀ ਜਿਸ ਤਰ੍ਹਾਂ ਇਹਨੂੰ ਪਹਿਲਾਂ ਮਿਲਦੀ ਸੀ, ਨਾ ਕਿ ਇਹਨੂੰ ਇੱਕ ਛੋਟੀ ਜਿਹੀ ਪੈਨਸ਼ਨ ਦੇ ਕੇ ਰਿਟਾਇਰ ਕੀਤਾ ਜਾਊਗਾ। ਬਟ ਪੈਰਸੀ ਡਿਡ ਨੋਟ ਵਾਂਟ ਟੂ ਰਿਟਾਇਰ। ਬਟ ਉਹ ਰਿਟਾਇਰ ਨਹੀਂ ਹੋਣਾ ਚਾਹੁੰਦਾ ਸੀਗਾ। ਹੀ ਕੁਡ ਨਾਟ ਬੀਅਰ ਦ ਥਾਊਟ ਆਫ ਨਾਟ ਡਰਾਈਵਿੰਗ ਜੋਸਫ ਐਵਰੀ ਡੇ। ਕਿਉਂਕਿ ਉਹ ਜੋਸਫ ਤੋਂ ਬਿਨਾਂ ਉਹ ਡਰਾਈਵਿੰਗ ਨਹੀਂ ਕਰ ਸਕਦਾ। ਹੀ ਸੈਡ ਟੂ ਜੈਕ ਵੀ ਆਰ ਟੂ ਓਲਡ ਮੈਨ ਮੀ ਐਂਡ ਜੋਸਫ। ਉਹ ਕਹਿੰਦਾ ਅਸੀਂ ਜਿਹੜੇ ਦੋਨੇ ਅਸੀਂ ਬੁੱਢੇ ਹੋ ਚੁੱਕੇ ਹਾਂ, ਮੀ ਐਂਡ ਜੋਸਫ। ਲੈਟ ਮੀ ਐਂਡ ਹਿਮ ਵੇਅਰ ਆਊਟ ਟੂਗੈਦਰ ਵੈਨ ਜੋਸਫ ਇਜ਼ ਰੈਡੀ ਟੂ ਰਿਟਾਇਰ ਆਈ ਟੂ ਵਿਲ ਲੀਵ। ਕਹਿੰਦਾ ਜਦੋਂ ਜੋਸਫ ਰੈਡੀ ਹੋ ਜਾਊਗਾ ਰਿਟਾਇਰ ਲਈ ਅਤੇ ਮੈਂ ਵੀ ਉਦੋਂ ਲੀਵ ਕਰ ਦਾਂਗਾ, ਛੱਡ ਦਾਂਗਾ। ਜੈਕ ਅੰਡਰਸਟੂਡ ਪੈਰਸੀ ਫੀਲਿੰਗ। ਜੈਕ ਨੇ ਜਿਹੜੀਆਂ ਪੈਰਸੀ ਦੀਆਂ ਫੀਲਿੰਗ ਨੂੰ ਅੰਡਰਸਟੈਂਡ ਕੀਤਾ। ਦੇਅਰ ਵਾਜ਼ ਸਮਥਿੰਗ ਅਬਾਊਟ ਪੈਰਸੀ ਐਂਡ ਜੋਸਫ ਵਿਚ ਮੇਡ ਵਨ ਸਮਾਈਲ ਟੈਂਡਰਲੀ। ਅਤੇ ਉਹ ਸਮਝਦਾ ਸੀਗਾ ਇਹਨਾਂ ਦੋਨਾਂ ਦੀ ਸਮਾਈਲ ਦਾ ਰਾਜ। ਇਟ ਵਾਜ਼ ਐਜ਼ ਇਫ ਈਚ ਡਰਿਊ ਸਮ ਹਿਡਨ ਸਟਰੈਂਥ ਫਰੋਮ ਦ ਅਦਰ। ਵੈਨ ਪੈਰਸੀ ਵਾਜ਼ ਸਿਟਿੰਗ ਔਨ ਹਿਜ਼ ਸੀਟ ਵਿਦ ਜੋਸਫ ਹਿਜ਼ to the wagon, neither seemed old, but when they finished their work, Percy would limp down the street painfully. He seemed very old indeed. ਕਹਿੰਦੇ ਜਦੋਂ ਉਹ ਆਪਣਾ ਕੰਮ ਖਤਮ ਕਰਕੇ ਆਉਂਦੇ ਆ ਤੇ ਉਹ ਬੜਾ ਹੀ ਪੇਨਫੁਲੀ ਜਿਹਾ ਫੀਲ ਕਰਦੇ ਆ, ਆਪਣੇ ਆਪ ਨੂੰ ਬੁੱਢੇ ਸਮਝਦੇ ਆ। ਜੋਸਫ ਟੂ ਵੁੱਡ ਡਰੋਪ ਹਿਜ਼ ਹੈਡ ਐਂਡ ਵਾਕ ਵੇਅਰਲੀ ਟੂ ਹਿਜ਼ ਸਟਾਲ। ਕਹਿੰਦੇ ਜੋਸਫ ਆ ਕੇ ਜਿਹੜਾ ਆਪਣਾ ਹੈਡ ਸੁੱਟ ਕੇ ਉਹ ਬੈਠ ਜਾਂਦਾ ਹੈ ਆਪਣੇ ਸਟੇਬਲ ਤੇ ਅਸਤਬਲ ਤੇ। ਦੈਨ ਵਨ ਮਾਰਨਿੰਗ ਜੈਕ ਹੈਡ ਡਰੈਡਫੁਲ ਨਿਊਜ਼ ਫॉर ਪੈਰਸੀ। ਕਹਿੰਦੇ ਇੱਕ ਮਾਰਨਿੰਗ ਜਿਹੜਾ ਜੈਕ ਆ ਉਹ ਡਰੈਡਫੁਲ ਨਿਊਜ਼, ਬੜੀ ਖਤਰਨਾਕ ਨਿਊਜ਼ ਲੈ ਕੇ ਆਉਂਦਾ ਪੈਰਸੀ ਲਈ। ਹੀ ਸੈਡ ਪੈਰਸੀ ਦੇਅਰ ਇਜ਼ ਅ ਬੈਡ ਨਿਊਜ਼। ਉਹ ਕਹਿੰਦਾ ਪੈਰਸੀ ਤੇਰੇ ਲਈ ਇੱਕ ਬੁਰੀ ਖਬਰ ਆ। ਜੋਸਫ ਡਿਡ ਨਾਟ ਵੇਕ ਦਿਸ ਮਾਰਨਿੰਗ। ਕਹਿੰਦਾ ਜੋਸਫ ਜਿਹੜਾ ਆ ਉਹ ਅੱਜ ਉੱਠਿਆ ਨਹੀਂ ਹੈਗਾ ਮਾਰਨਿੰਗ 'ਚ। ਹੀ ਵਾਜ਼ ਵੈਰੀ ਓਲਡ। ਉਹ ਬਹੁਤ ਬੁੱਢਾ ਹੋ ਚੁੱਕਿਆ ਆ। ਯੂ ਨੋ ਪੈਰਸੀ ਹੀ ਵਾਜ਼ 25। ਕਹਿੰਦਾ ਤੁਸੀਂ ਜਾਣਦੇ ਡੈਟ ਇਜ਼ ਲਾਈਕ 75 ਫॉर ਮੈਨ। ਕਹਿੰਦਾ ਜੋ ਕਿ ਇੱਕ 75 ਸਾਲ ਦੇ ਆਦਮੀ ਦੇ ਬਰਾਬਰ ਆ।
ਯੈਸ ਸੈਡ ਪਰਸੀ ਸੈਡਲੀ ਆਈ ਐਮ 25 ਨਾਓ। ਕਹਿੰਦਾ ਪਰਸੀ ਜਿਹੜਾ ਆ ਬੜੇ ਸੈਡਲੀ ਉਦਾਸੀ ਦੇ ਨਾਲ ਕਹਿ ਰਿਹਾ ਕਿ ਮੈਂ ਹੁਣ 75 ਸਾਲ ਦਾ ਹੋ ਚੁੱਕਿਆ ਆ। ਮਾਈ ਪੂਅਰ ਜੋਸਫ ਆਈ ਸ਼ੈਲ ਨੈਵਰ ਸੀ ਹਿਮ ਅਗੇਨ। ਕਹਿੰਦਾ ਹੁਣ ਮੈਂ ਆਪਣੇ ਜੋਸਫ ਨੂੰ ਦੁਬਾਰਾ ਕਦੇ ਵੀ ਦੇਖਾਂਗਾ ਨਹੀਂ। ਜੈਕ ਪੈਟਡ ਪਰਸੀ ਔਨ ਹਿਸ ਸ਼ੋਲਡਰ। ਡੋਂਟ ਵਰੀ ਪਰਸੀ ਹੀ ਸੈਡ ਵੀ ਵਿਲ ਫਾਈਂਡ ਯੂ ਅਨਦਰ ਹਾਰਸ। ਉਹ ਕਹਿੰਦਾ ਪਰਸੀ ਤੁਸੀਂ ਚਿੰਤਾ ਨਹੀਂ ਕਰਨੀ, ਮੈਂ ਤੁਹਾਡੇ ਲਈ ਇੱਕ ਅਨਦਰ ਹਾਰਸ ਜਿਹੜਾ ਉਹ ਲੱਭਾਂਗਾ। Just as good as Joseph. In a month's time you will reach him your route, then you will। ਕਹਿੰਦਾ ਸੇਮ ਜੋਸਫ ਦੇ ਵਰਗਾ ਤੇ ਕੁਛ ਹੀ ਮੰਥਸ ਦੇ ਵਿੱਚ ਉਹ ਵੀ ਇਸ ਤਰ੍ਹਾਂ ਹੀ ਸਿੱਖ ਜੂਗਾ ਰੂਟ। ਬਟ ਹੀ ਸਟਾਪਡ ਵੈਨ ਹੀ ਲੁਕਡ ਇਨ ਟੂ ਪੈਰਸੀ ਆਈਜ਼। ਫॉर years Percy had worn a heavy cap. The peak of his cap came low over his eyes। ਪੈਰਸੀ ਦੇ ਲਈ ਇਹ ਬਹੁਤ ਹੀ ਜਿਹੜੀ ਭਿਆਨਕ ਖਬਰ ਸੀਗੀ। ਤੁਹਾਨੂੰ ਇੰਝ ਲੱਗਦਾ ਸੀਗਾ ਜਿਹੜੀ ਮੇਰੀ ਜ਼ਿੰਦਗੀ ਆ ਹੁਣ ਲਾਈਫਲੈਸ ਹੋ ਚੁੱਕੀ ਆ, ਡੈਡ ਹੋ ਚੁੱਕੀ ਆ। Take today off, Jack said, but before Jack could complete this sentence, Percy was already limping down the street। ਕਹਿੰਦੇ ਜਦੋਂ ਉਹਨੂੰ ਕਹਿ ਰਿਹਾ ਸੀਗਾ ਕਿ ਅੱਜ ਦਾ ਦਿਨ ਜਿਹੜਾ ਆ ਉਹ ਆਫ ਹੋ ਚੁੱਕਿਆ ਆ, ਪੈਰਸੀ ਨੀਚੇ ਆ ਰਿਹਾ ਸੀਗਾ ਤੇ ਉਹਦੀਆਂ ਚੀਕਸ ਦੇ ਉੱਪਰ ਉਹਦੇ ਅੱਖਾਂ ਦੇ ਵਿੱਚੋਂ ਅਥਰੂ ਆ ਰਹੇ ਸੀਗੇ। There was a loud horn from the driver of the truck coming fast from the opposite side। ਕਹਿੰਦੇ ਇਸੇ ਤਰ੍ਹਾਂ ਇੱਕ ਜਿਹੜਾ ਦੂਸਰੀ ਸਾਈਡ ਤੋਂ ਆਪੋਜ਼ਿਟ ਸਾਈਡ ਤੋਂ ਇੱਕ ਟਰੱਕ ਜੋ ਕਿ ਬਹੁਤ ਫਾਸਟ ਚੱਲ ਰਿਹਾ ਸੀਗਾ। And then there was a scream of brakes, but it appeared that Percy had heard neither। 5 minutes later an ambulance doctor said he dead। ਕਹਿੰਦੇ 5 ਮਿੰਟ ਦੇ ਬਾਅਦ ਇੱਕ ਐਂਬੂਲੈਂਸ ਆਉਂਦੀ ਤੇ ਡਾਕਟਰ ਕਹਿ ਰਿਹਾ he is dead, ਉਹ ਮਰ ਚੁੱਕਿਆ ਸੀ। What could I do, said the truck driver apologetically। apologetically ਮਤਲਬ ਕਿ ਬੜੇ ਹੀ ਮਾਫੀ ਦੀ ਭਾਵਨਾ ਦੇ ਵਿੱਚ ਉਹਨੇ ਕਿਹਾ। he walked straight into my truck। ਕਹਿੰਦਾ ਇਹ ਮੇਰੇ ਟਰੱਕ ਦੇ ਸਟ੍ਰੇਟ ਸਿੱਧਾ ਹੀ ਚੱਲੇ ਆ ਰਿਹਾ ਸੀ ਮੇਰੀ ਟਰੱਕ ਵੱਲ ਨੂੰ। surely he did not see it। ਕਹਿੰਦਾ ਮੈਂ ਇਹਨੂੰ ਨਹੀਂ ਦੇਖਿਆ। he walked into it as though he were blind। ਕਹਿੰਦਾ ਇਸ ਤਰ੍ਹਾਂ ਚੱਲਦਾ ਸੀਗਾ ਜਿਸ ਤਰ੍ਹਾਂ ਇਹ ਬਲਾਈਂਡ ਮੈਨ ਆ। the ambulance doctor bent down and looked into Percy eyes। ਕਹਿੰਦੇ ਜਿਹੜਾ ਡਾਕਟਰ ਸੀਗਾ ਜਦੋਂ ਬੈਂਡ ਹੁੰਦਾ ਨੀਚੇ ਹੁੰਦਾ ਤੇ ਉਹਦੀਆਂ ਆਈਜ਼ ਨੂੰ ਦੇਖਦਾ ਆ। blind, he said, of course the man was blind। ਕਹਿੰਦਾ blind, of course ਇਹ ਜਿਹੜਾ ਬਲਾਈਂਡ ਮੈਨ ਆ। she those cataracts, he must have been blind for 5 years at least। ਕਹਿੰਦਾ ਪਿਛਲੇ 5 ਸਾਲ ਤੋਂ ਇਹ ਬਲਾਈਂਡ ਆ, ਅੰਨਾ ਆ। Then he turned to Jack and said, you say he worked for your company। ਕਹਿੰਦਾ ਉਹ ਜਿਹੜਾ ਡਾਕਟਰ ਸੀਗਾ ਨਾ ਜੈਕ ਵੱਲ ਟਰਨ ਕਰਦਾ ਤੇ ਉਹਨੂੰ ਕਹਿੰਦਾ ਕਿ ਤੁਸੀਂ ਕਹਿੰਦੇ ਹੋ ਵੀ ਇਹ ਮੇਰੀ ਕੰਪਨੀ ਦੇ ਵਿੱਚ ਵਰਕ ਕਰਦਾ ਸੀਗਾ, ਕਿ ਤੁਸੀਂ ਜਾਣਦੇ ਹੋ ਕਿ ਇਹ ਬਲਾਈਂਡ ਸੀਗਾ। No, said Jack softly, none of us knew। ਕਹਿੰਦਾ ਨਾ ਨਹੀਂ, ਉਹ ਸੌਫਟਲੀ ਕਹਿ ਰਿਹਾ ਕਿ ਨਹੀਂ ਮੈਨੂੰ ਨਹੀਂ ਸੀ ਪਤਾ। There was only one who knew it। ਕਹਿੰਦਾ ਸਿਰਫ ਇੱਕ ਜਣਾ ਸੀ ਜਿਹੜਾ ਜਾਣਦਾ ਸੀ। A friend of his named Joseph। ਕਹਿੰਦਾ ਉਹਦਾ ਮਿੱਤਰ ਸੀਗਾ, ਉਹਦਾ ਨਾਮ ਸੀਗਾ ਜੋਸਫ। I think it was a secret between those two only।